वाहिगुरु जी का खालसा वाहिगुरु जी की फतेह। अमृतमई बाणी दे विच बचन आउंदे ने, सतगुर की जिसनों मत आवे सो सतगुर माहे समाना। जिसनों सतगुरु दी मत आ गई ਉਹ ਫਿਰ ਸਤਿਗੁਰੂ ਦੇ ਵਿੱਚ ਉਹਦੀ ਮੱਤ ਵਿੱਚ ਹੀ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਹੁਣ ਦੇਖਣਾ ਇਹ ਹੈ ਕਿ ਸਾਡੀ ਮੱਤ ਸਤਿਗੁਰੂ ਜੀ ਦੀ ਮੱਤ ਵਿੱਚ ਕਿਤੇ ਸਮਾ ਗਈ, ਪਰ ਉਹ ਉਦੋਂ ਹੀ ਸਮਾਏਗੀ ਜਦੋਂ ਅਸੀਂ ਆਪਣੀ ਮੱਤ ਸਤਿਗੁਰੂ ਦੇ ਅੱਗੇ ਰੱਖਾਂਗੇ। ਤੇ ਜੇ ਅਸੀਂ ਸਤਿਗੁਰੂ ਦੇ ਅੱਗੇ ਆਪਣੀ ਮੱਤ ਰੱਖ ਦਿੱਤੀ ਤੇ ਸਤਿਗੁਰੂ ਦੀ ਮੱਤ ਸਾਨੂੰ ਆ ਗਈ, ਫਿਰ ਅਸੀਂ ਮਨਮਤ ਨਹੀਂ ਕਰ ਸਕਦੇ, ਫਿਰ ਅਸੀਂ ਗੁਰਮਤ ਦੇ ਧਾਰਨੀ ਬਣਾਂਗੇ। ਭਾਵ ਜੋ ਗੁਰੂ ਦੀ ਮੱਤ ਕਹਿੰਦੀ ਹੈ ਅਸੀਂ ਫਿਰ ਆਪਣਾ ਜੀਵਨ ਉਸੇ ਮੁਤਾਬਕ ਹੀ ਬਣਾਵਾਂਗੇ। ਪਰ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਇਹ ਸੌਖਾ ਨਹੀਂ ਹੈ, ਔਖਾ ਹੈ। ਜਿੰਨਾ ਸਿਰ ਨਿਵਾਉਣਾ ਸੌਖਾ ਹੈ, ਮੱਥਾ ਟੇਕਣਾ ਸੌਖਾ ਹੈ, ਉਨਾ ਹੀ ਆਪਣੀ ਮੱਤ ਅੱਗੇ ਰੱਖ ਕੇ ਗੁਰੂ ਦੀ ਮੱਤ ਨੂੰ ਲੈਣਾ ਔਖਾ ਹੈ। ਔਰ ਦੇਖੋ, ਕਦੇ ਵਿਚਾਰ ਕੇ ਸੋਚ ਕੇ ਕਿ ਜੋ ਅਸੀਂ ਗੁਰੂ ਸਾਹਿਬ ਜੀ ਦੇ ਅੱਗੇ ਸਮਰਪਣ ਕਰ ਦਿੰਦੇ ਹਾਂ ਭੇਟਾ ਦੇ ਰੂਪ ਵਿੱਚ, ਕਿ ਕਦੇ ਅਸੀਂ ਉਹਨੂੰ ਦੁਬਾਰਾ ਚੁੱਕਦੇ ਹਾਂ? ਕਦੇ ਨਹੀਂ ਚੁੱਕਦੇ। ਜੋ ਵੀ ਅਸੀਂ ਤਿਲ ਫੁੱਲ ਭੇਟ ਲੈ ਕੇ ਆਏ ਸਾਹਮਣੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ, ਉਹ ਤਿਲ ਫੁੱਲ ਭੇਟ ਰੱਖ ਦਿੱਤੀ। ਰੱਖਣ ਤੋਂ ਬਾਅਦ ਅਸੀਂ ਕਦੇ ਉਹਨੂੰ ਚੁੱਕਦੇ ਨਹੀਂ। ਕਦੇ ਰੁਮਾਲਾ ਸਾਹਿਬ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਦੁਬਾਰਾ ਮੰਗਿਆ ਵੀ ਇਹ ਮੇਰਾ ਹੈ, ਇਹਨੂੰ ਵਾਪਸ ਕਰ ਦਿਓ। ਜੋ ਅਸੀਂ ਧਨ ਭੇਟ ਕਰਦੇ ਹਾਂ, ਕਦੇ ਆਖਿਆ ਵੀ ਹੁਣ ਮੈਂ ਜਿਹੜਾ ਸੰਗਤ ਕੀਤੀ ਹੈ, ਮੱਥਾ ਟੇਕ ਕੇ ਬੈਠੇ ਹਾਂ, ਤੇ ਜਿਹੜਾ ਧਨ ਅਰਪਣ ਕੀਤਾ ਸੀ ਇਹ ਮੈਨੂੰ ਵਾਪਸ ਦੇ ਦਿਓ। ਜੇ ਅਸੀਂ ਗੁਰੂ ਸਾਹਿਬ ਦੇ ਦਰ ਤੇ ਭੇਟਾਵਾਂ ਅਰਪਣ ਕਰਕੇ ਉਹਨੂੰ ਵਾਪਸ ਨਹੀਂ ਚੁੱਕਦੇ ਹਾਂ, ਤੇ ਫਿਰ ਧਿਆਨ ਰੱਖਿਓ ਅਸੀਂ ਮੱਤ ਅੱਗੇ ਰੱਖ ਕੇ ਉਹਨੂੰ ਚੁੱਕ ਲੈਂਦੇ ਹਾਂ। ਕਿਉਂ? ਕਿਉਂਕਿ ਅਸੀਂ ਆਪਣੀ ਮੱਤ ਨਾਲ ਜਿਉਣਾ ਹੈ। ਪਰ ਹੋਣਾ ਇਹ ਚਾਹੀਦਾ ਸੀ ਕਿ ਅਸੀਂ ਮੱਤ ਵੀ ਨਹੀਂ ਸੀ ਚੁੱਕਣੀ, ਅਸੀਂ ਆਪਣੀ ਮੱਤ ਨੂੰ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਕੇ ਗੁਰੂ ਦੀ ਮੱਤ ਨੂੰ ਲੈ ਕੇ ਜਾਣਾ ਹੈ। ਤੇ ਜੇ ਅਸੀਂ ਗੁਰੂ ਦੀ ਮੱਤ ਨੂੰ ਲੈ ਕੇ ਜਾਵਾਂਗੇ ਫਿਰ ਸਾਡਾ ਜੀਵਨ ਖੁਸ਼ਹਾਲ ਹੈ, ਫਿਰ ਸਾਡਾ ਹਰ ਦਿਨ ਸੁੱਖ ਆਨੰਦਮਈ ਹੈ, ਫਿਰ ਸਾਡੇ ਘਰ ਦੇ ਅੰਦਰ ਵੀ ਸੁੱਖ ਹੈ, ਘਰ ਦੇ ਬਾਹਰ ਵੀ ਸੁੱਖ ਹੈ, ਫਿਰ ਹਰ ਥਾਂ ਸਾਨੂੰ ਸੁੱਖ ਦੀ ਪ੍ਰਾਪਤੀ ਹੋਏਗੀ ਜੇ ਅਸੀਂ ਆਪਣੀ ਮੱਤ ਛੱਡ ਗੁਰੂ ਦੀ ਮੱਤ ਨੂੰ ਲੈ ਕੇ ਜਾਂਦੇ। ਤੇ ਗੁਰੂ ਦੀ ਮੱਤ ਨੂੰ ਲੈ ਕੇ ਹੀ ਜਾਣ ਵਾਸਤੇ ਅਸੀਂ ਇੱਥੇ ਆਏ ਹਾਂ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਮੇਰੀ ਤੁੱਛ ਮੱਤ ਹੈ ਤੇ ਮੈਂ ਆਪਣੀ ਤੁੱਛ ਮੱਤ ਨਾਲ ਆਪਣੇ ਜੀਵਨ ਨੂੰ ਸਫਲਾ ਨਹੀਂ ਕਰ ਸਕਦਾ। ਮੈਂ ਆਪਣਾ ਅਧਿਆਤਮਕ ਕਾਰਜ ਪੂਰਾ ਨਹੀਂ ਕਰ ਸਕਦਾ। ਬਾਹਰ ਦੇ ਕੰਮ ਤੇ ਮੈਂ ਪੂਰੇ ਕਰ ਸਕਦਾ, ਬਾਹਰ ਦੇ ਜਿਹੜੀਆਂ ਤਰੱਕੀਆਂ ਸਫਲਤਾਵਾਂ ਤੇ ਮੈਂ ਲੈ ਸਕਦਾ, ਪਰ ਮੈਂ ਆਪਣੇ ਅਧਿਆਤਮਕ ਕਾਰਜ ਵਿੱਚ ਸਫਲਤਾ ਗੁਰੂ ਪਾਤਸ਼ਾਹ ਦੀ ਮੱਤ ਤੋਂ ਬਿਨਾਂ ਨਹੀਂ ਲੈ ਸਕਦਾ। ਤੋ ਗੁਰੂ ਸਾਹਿਬ ਕਹਿੰਦੇ ਸਤਿਗੁਰ ਕੀ ਜਿਸ ਨੂੰ ਮਤ ਆਵੇ, ਜਿਹਨੂੰ ਆ ਗਈ ਹੈ ਸਤਿਗੁਰੂ ਦੀ ਮੱਤ, ਜਿਹਨੇ ਸਤਿਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ। ਭਾਵ ਜੋ ਗੁਰੂ ਉਪਦੇਸ਼ ਦਿੰਦੇ ਆ, ਜੋ ਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਆ, ਜਿਹਨੇ ਉਹਨੂੰ ਗ੍ਰਹਿਣ ਕਰ ਲਿਆ, ਜਿਹਨੇ ਉਹਨੂੰ ਧਾਰਨ ਕਰ ਲਿਆ, ਸੋ ਸਤਿਗੁਰ ਮਾਹੇ ਸਮਾਨਾ। ਸੋ ਦਾ ਅਰਥ ਹੁੰਦਾ ਉਹ, ਸਾਰੇ ਨਹੀਂ। ਜਿਹਨੇ ਗੁਰੂ ਦੀ ਮੱਤ ਨੂੰ, ਭਾਵ ਉਹ ਸਿੱਖਿਆ ਨੂੰ ਗ੍ਰਹਿਣ ਕਰ ਲਿਆ, ਉਹ ਸਤਿਗੁਰੂ ਦੇ ਮੱਤ ਵਿੱਚ ਸਮਾ ਗਿਆ। ਫਿਰ ਉਹ ਆਪਣੀ ਮੱਤ ਨਹੀਂ ਚਲਾਉਂਦਾ, ਉਹ ਮਨਮਤੀਆ ਨਹੀਂ ਫਿਰ ਹੁੰਦਾ।
ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਇਹ ਜਿਹੜੀ ਬਾਣੀ ਹੈ ਨਾ, ਸਤਿਗੁਰੂ ਨੇ ਸਾਨੂੰ ਜਿਹੜੀ ਮੱਤ ਦਿੱਤੀ ਹੈ, ਜੋ ਸਿੱਖਿਆ ਉਪਦੇਸ਼ ਦਿੱਤਾ ਹੈ, ਉਹ ਇਹ ਹੈ ਕਿ ਤੂੰ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰ। ਜਿਹੜੀ ਅਰਦਾਸ ਤੂੰ ਕਰਨੀ ਹੈ, ਉਹ ਵਾਲੀ ਅਰਦਾਸ ਤੂੰ ਵਾਹਿਗੁਰੂ ਦੇ ਚਰਨਾਂ 'ਚ ਕਰ। ਅੱਜ ਸਾਡੇ ਪੱਲੇ ਕੀ ਹੈ? ਅਸੀਂ ਕਿਸੇ ਨੂੰ ਪੁੱਛੀਏ ਵੀ ਤੇਰੇ ਪੱਲੇ ਕੀ ਹੈ, ਉਹ ਬਾਹਰੀ ਗਿਣਤੀ ਤਾਂ ਕਰ ਦੇਗਾ, ਮੇਰੇ ਕੋਲ ਇੰਨਾ ਵੱਡਾ ਘਰ ਹੈ, ਇੰਨਾ ਬੈਂਕ ਬੈਲੈਂਸ ਹੈ, ਇੰਨੇ ਮੇਰੇ ਕਾਰੋਬਾਰ ਨੇ, ਇੰਨੇ ਮੇਰੇ ਨੌਕਰ ਚਾਕਰ ਨੇ, ਇੰਨਾ ਮੇਰਾ ਨਾਮਣਾ ਹੈ। ਇਹ ਤਾਂ ਬਾਹਰੀ ਹੈ ਨਾ। ਤੇਰੇ ਅੰਦਰ ਤੇਰੇ ਪੱਲੇ ਕੀ ਹੈ? ਸਾਡੇ ਅੰਦਰ ਦੁੱਖ ਹੈ, ਰੋਗ ਹੈ, ਚਿੰਤਾਵਾਂ ਨੇ। ਅੰਦਰ ਕੀ ਹੈ? ਅੰਦਰ ਡਿਪਰੈਸ਼ਨ ਹੈ। ਸਭ ਕਹਿੰਦੇ ਤੂੰ ਉਹਦਾ ਕਾਰਨ ਲੱਭ। ਕੀ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਜਿਹੜੀ ਇਹ ਬਾਣੀ ਤੈਨੂੰ ਗੁਰੂ ਦੀ ਮੱਤ ਵਿੱਚ ਮਿਲਦੀ ਹੈ ਨਾ, ਗੁਰੂ ਦੇ ਮੱਤ ਦੇ ਰਾਹੀਂ ਤੂੰ ਇਸ ਬਾਣੀ ਨੂੰ ਆਪਣੇ ਦਿਲ ਤੱਕ ਲੈ ਜਾਣਾ ਹੈ। ਤੂੰ ਇਸ ਬਾਣੀ ਦਾ ਅਭਿਆਸ ਜਿਹੜਾ ਉਹ ਪ੍ਰੇਮ ਨਾਲ, ਭਾਵਨਾ ਨਾਲ, ਪਿਆਰ ਨਾਲ ਭਿੱਜ ਕੇ ਦਿਲੋਂ ਅਭਿਆਸ ਕਰਨਾ ਹੈ। ਜੇ ਤੇਰੇ ਅੰਦਰੋਂ ਹਿਰਦੇ ਵਿੱਚੋਂ ਨਾਮ ਦਾ ਅਭਿਆਸ ਜਿਹੜਾ ਉਹ ਨਹੀਂ ਹੋ ਰਿਹਾ, ਤੇ ਅੰਦਰ ਦਾ ਨਾਮ ਵਾਸੀ ਨਹੀਂ ਰਿਹਾ। ਤੇ ਜੇ ਅੰਦਰ ਹਜੇ ਨਾਮ ਜਿਹੜਾ ਉਹ ਵਸ ਨਹੀਂ ਰਿਹਾ, ਤੇ ਫਿਰ ਅੰਦਰ ਹਜੇ ਰੋਗੀ ਹੈ, ਅੰਦਰੋਂ ਹਜੇ ਦੁਖੀ ਹੈ, ਅੰਦਰੋਂ ਹਜੇ ਚਿੰਤਤ ਹੈ, ਅੰਦਰ ਹਜੇ ਚਿੰਤਾਵਾਂ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਜੇ ਤੈਨੂੰ ਲੱਗਦਾ ਹੈ ਕਿ ਹਜੇ ਮੈਂ ਬਾਹਰੋਂ ਹੀ ਜਿਹੜਾ ਉਹ ਬਾਣੀ ਦੇ ਨਾਲ ਜੁੜਿਆ ਜਾਂ ਗੁਰੂ ਪਾਤਸ਼ਾਹ ਨਾਲ ਜੁੜਿਆ, ਤਾਂ ਫਿਰ ਅਰਦਾਸ ਕਰ ਕਿ ਕਿਤੇ ਤੈਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਨਾ ਜਿਹੜਾ ਉਹ ਨਸੀਬ ਹੋ ਜਾਏ। ਜਿਹੜੀ ਅਰਦਾਸ ਅਸੀਂ ਤਨ ਦਾ ਦੁੱਖ, ਤਨ ਦੇ ਰੋਗ ਦੀ ਅਰਦਾਸ ਕਰਦੇ ਹਾਂ, ਕੋਈ ਸ਼ੱਕ ਨਹੀਂ ਹੈ ਮਨ ਵੀ ਅਰੋਗ ਹੁੰਦਾ ਹੈ ਤੇ ਤਨ ਵੀ ਅਰੋਗ ਹੁੰਦਾ ਹੈ, ਪਰ ਬਾਣੀ ਦਿਲੋਂ ਪੜ੍ਹਨੀ ਪੈਣੀ ਹੈ। ਬਾਣੀ ਦੇ ਨਾਲ ਸਾਨੂੰ ਦਿਲੋਂ ਜੁੜਨਾ ਪਏਗਾ। ਫਿਰ ਮਨ ਦੇ ਰੋਗ ਵੀ ਨੇ ਤੇ ਤਨ ਦੇ ਵੀ ਨੇ। ਮਨ ਦੇ ਰੋਗ ਦੇ ਨਾਲ ਨਾਲ ਤਨ ਦੇ ਰੋਗ ਵੀ ਦੂਰ ਹੁੰਦੇ ਆ। ਲਾਹੌਰ ਦੇ ਵਿੱਚ ਮੈਡੀਕਲ ਕਾਲਜ ਹੈ, 1945 ਦੀ ਇਹ ਘਟਨਾ ਹੈ। 1945 ਲਾਹੌਰ ਮੈਡੀਕਲ ਕਾਲਜ ਹੈ। ਉੱਥੇ ਜਿਹੜੇ ਵਿਦਿਆਰਥੀ ਪੜ੍ਹਦੇ ਨੇ, ਹੋਸਟਲ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਕਮੀ ਮਹਿਸੂਸ ਕੀਤੀ ਵੀ ਸਾਡੇ ਕੋਲ ਇੱਥੇ ਪ੍ਰਬੰਧ ਸਾਰੇ ਨੇ, ਪਰ ਸਾਡੇ ਕੋਲ ਗੁਰਬਾਣੀ ਨਾਲ ਜੁੜਨ ਦਾ ਪ੍ਰਬੰਧ ਨਹੀਂ ਹੈ। ਲਾਹੌਰ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਸੀ, ਕਹਿੰਦੇ ਨੇ ਇੱਥੇ ਗੁਰਬਾਣੀ ਨਾਲ ਜੁੜਨ ਦਾ ਪ੍ਰਬੰਧ ਨਹੀਂ ਹੈ। ਤੇ ਸਾਡੇ ਦੁੱਖ ਤੇ ਰੋਗ ਦਾ ਕਾਰਨ ਕੀ ਹੈ? ਗੁਰਬਾਣੀ ਤੋਂ ਦੂਰ ਹੋ ਜਾਣਾ, ਗੁਰਬਾਣੀ ਦਾ ਅੰਦਰੋਂ ਦੀ ਵਿਸਰ ਜਾਣਾ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਦਿਲ ਲਾਏ। ਉੱਥੇ ਜਿਹੜੇ ਵਿਦਿਆਰਥੀ ਸੀ ਨਾ, ਗੁਰੂ ਕੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਆਏ। ਅੱਜ ਤੇ ਫਿਕਰ ਲੱਗਾ ਹੋਇਆ ਹੈ, ਕਿਉਂਕਿ ਸਾਡੇ ਅੱਜ ਦੇ ਜਵਾਨ ਧੀਆਂ ਪੁੱਤ ਗੁਰੂ ਘਰ ਆਉਣ ਨੂੰ ਤਿਆਰ ਨਹੀਂ। ਅੱਜ ਤੇ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਾਡੇ ਬਜ਼ੁਰਗ ਆਉਂਦੇ ਸੀ, ਅਸੀਂ ਮਾਣ ਨਾਲ ਕਹਿੰਦੇ ਹਾਂ ਵੀ ਉਹ ਆਉਂਦੇ ਸੀ, ਅਸੀਂ ਆ ਰਹੇ ਹਾਂ, ਅੱਗੋਂ ਜੇ ਧੀ ਪੁੱਤ ਨਹੀਂ ਆਏਗਾ ਫਿਰ ਕੀ ਬਣੇਗਾ। ਉਹਨਾਂ ਦਾ ਵੀ ਆਉਣਾ ਜਿਹੜਾ ਉਹ ਗੁਰੂ ਦਰ ਘਰ ਨਾਲ ਜੁੜਨਾ ਜ਼ਰੂਰੀ ਹੈ, ਪਰ ਚਿੰਤਾ ਦਾ ਵਿਸ਼ਾ ਵੀ ਉਹ ਇਸ ਪਾਸੇ ਆਉਣ ਨੂੰ ਤਿਆਰ ਨਹੀਂ। ਉਹ ਦੁਨੀਆ ਦੇ ਰੰਗਾਂ ਦੇ ਵਿੱਚ ਰੰਗਣ ਵਾਸਤੇ ਤਿਆਰ ਨੇ, ਉਹ ਦੁਨੀਆ ਦੇ ਵਿੱਚ ਮਸਤ ਹੋਣਾ ਚਾਹੁੰਦੇ ਆ, ਪਰ ਨਾਮ ਦੇ ਵਿੱਚ ਲੀਨ ਨਹੀਂ ਹੋਣਾ ਚਾਹੁੰਦੇ। ਪਰ ਉਹ ਮੁਬਾਰਕ ਹੈ ਉਹਨਾਂ ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚੋਂ ਆਏ ਹੋਏ ਵਿਦਿਆਰਥੀ। 1945 ਦੇ ਵਿੱਚ ਉਹਨਾਂ ਨੇ ਇੱਕ ਕਮਰਾ ਤਿਆਰ ਕੀਤਾ, ਸਾਫ਼ ਸਫਾਈ ਕੀਤੀ, ਤਿਆਰ ਕੀਤਾ, ਸਾਜ਼ ਮੰਗਾਏ। ਉਹਨਾਂ ਆਖਿਆ ਅਸੀਂ ਰੋਜ਼ ਇੱਥੇ ਜਿਹੜਾ ਨਾ ਪਾਠ ਕਰਿਆ ਕਰਾਂਗੇ, ਔਰ ਐਤਵਾਰ ਨੂੰ ਛੁੱਟੀ ਹੁੰਦੀ ਸੀ, ਸੰਡੇ ਦੀ ਛੁੱਟੀ ਹੈ, ਜਿਵੇਂ ਅੱਜ ਸੰਡੇ ਆ। ਉਹ ਕਹਿੰਦੇ ਆਸਾ ਕੀ ਵਾਰ ਦਾ ਕੀਰਤਨ ਆਪਾਂ ਸਾਰੇ ਰਲ ਕੇ ਕਰਿਆ ਕਰਾਂਗੇ। ਇਹ ਵਿਦਿਆਰਥੀਆਂ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਫੈਸਲਾ ਕੀਤਾ।
ਉੱਥੇ ਪ੍ਰਿੰਸੀਪਲ ਹੁੰਦੇ ਸੀ, ਪ੍ਰਿੰਸੀਪਲ ਗੰਗਾ ਸਿੰਘ। ਉਮਰ ਵਧੀਕ ਸੀ। ਇਹਨਾਂ ਦੇ ਗੋਡੇ ਜਿਹੜੇ ਆ ਬੜੇ ਦੁੱਖ ਨੇ, ਬੜੀ ਵੱਡੀ ਪ੍ਰੋਬਲਮ ਸੀ ਇਹਨਾਂ ਨੂੰ, ਚੌਂਕੜੀ ਮਾਰ ਕੇ ਨਹੀਂ ਸੀ ਬੈਠ ਸਕਦੇ। ਕਹਿੰਦੇ ਜਦੋਂ ਵਿਦਿਆਰਥੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਨਾ, ਹੁਣ ਧਿਆਨ ਰੱਖਿਓ, ਇਹ ਉਹ ਬਾਣੀ ਹੈ ਜਿਹੜੇ ਵਿਰਲੇ ਵਿਰਲੇ ਸੁਣਦੇ ਆ, ਸਾਰੇ ਨਹੀਂ ਸੁਣਦੇ। ਇਹ ਵਿਰਲੇ ਵਿਰਲੇ ਆ ਜਿਹੜੇ ਆਸਾ ਕੀ ਵਾਰ ਦੀ ਬਾਣੀ ਨਾਲ ਜੁੜਦੇ ਆ। ਬੜੀਆਂ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਤੇ ਬਹੁਤ ਘੱਟ ਰੂਹਾਂ ਜੁੜੀਆਂ ਹੁੰਦੀਆਂ, ਕਿਉਂਕਿ ਇੱਕ ਸਮਾਂ ਅੰਮ੍ਰਿਤ ਵੇਲੇ ਦਾ ਹੈ ਤੇ ਅੰਮ੍ਰਿਤ ਵੇਲੇ ਦਾ ਸਮਾਂ ਵਿਰਲੇ ਵਿਰਲੇ ਹੀ ਸੰਭਾਲਦੇ ਆ, ਸਾਰੇ ਨਹੀਂ। ਹੁਣ ਉਹ ਆਸਾ ਕੀ ਵਾਰ ਦਾ ਕੀਰਤਨ ਕਹਿੰਦੇ ਉਹਨਾਂ ਨੇ ਹਰ ਸੰਡੇ, ਹਰ ਐਤਵਾਰ ਨੂੰ ਸ਼ੁਰੂ ਕਰ ਦਿੱਤਾ। ਰੋਜ਼ ਪਾਠ ਕਰਨਾ ਬੈਠ ਕੇ ਵਿਦਿਆਰਥੀਆਂ ਨੇ, ਔਰ ਸੰਡੇ ਦੇ ਸੰਡੇ ਕੀਰਤਨ ਕਰਨਾ। ਤੇ ਜਿਹੜੇ ਪ੍ਰਿੰਸੀਪਲ ਗੰਗਾ ਸਿੰਘ ਨੇ, ਇਹ ਕਹਿੰਦੇ ਨੇ ਇਹਨਾਂ ਕੋਲੋਂ ਚੌਂਕੜੀ ਤੇ ਵੱਜਦੀ ਨਹੀਂ, ਬਾਹਰ ਇੱਕ ਥੜਾ ਬਣਿਆ ਸੀ, ਉੱਥੇ ਲੱਤਾਂ ਲਮਕਾ ਕੇ ਤੇ ਬੈਠ ਜਾਣਾ ਤੇ ਕੀਰਤਨ ਸੁਣਨਾ। ਹੁਣ ਦੇਖੋ, ਜਿੰਨਾ ਕੋਈ ਪਿਆਰ ਨਾਲ ਭਿੱਜ ਕੇ ਅੰਦਰੋਂ ਕੀਰਤਨ ਕਰੇਗਾ, ਉਨਾ ਹੀ ਸਾਹਮਣੇ ਵਾਲੇ ਦੇ, ਸੁਣਨ ਵਾਲੇ ਦੇ ਹਿਰਦੇ ਵਿੱਚ ਪ੍ਰਭਾਵ ਪਏਗਾ। ਜੇ ਅੰਦਰੋਂ ਭਿੱਜ ਕੇ ਕੀਤਾ ਹੋਇਆ ਕੀਰਤਨ, ਕਿੰਨੇ ਪਿਆਰ ਨਾਲ ਭਿੱਜ ਕੇ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਕਹਿੰਦੇ ਇਹਨਾਂ ਨੂੰ ਆਨੰਦ ਬੜਾ ਆਉਣਾ, ਇਹਨਾਂ ਨੂੰ ਬੜਾ ਮਨ ਨੂੰ ਸਕੂਨ। ਜਿੰਨਾ ਚਿਰ ਕੀਰਤਨ ਸੁਣਨਾ, ਇਹਨਾਂ ਨੂੰ ਗੋਡਿਆਂ ਦੀ ਦਰਦ ਮਹਿਸੂਸ ਨਹੀਂ ਹੋਣੀ। ਨਹੀਂ ਤੇ ਹਾਲਤ ਇਦਾਂ ਦੀ ਸੀ ਕਿ ਘਰ ਦੇ ਜਿਹੜੇ ਪਰਿਵਾਰ ਦੇ ਜੀਅ ਨੇ, ਉਹ ਵੀ ਬੜੇ ਔਖੇ ਸੀ, ਰਾਤ ਨੂੰ ਚੀਕਾਂ ਨਿਕਲਦੀਆਂ ਸੀ। ਇਹ ਤਾਂ ਹੁਣ ਜਿਸ ਤਨ ਲੱਗ ਸੋਈ ਜਾਣੇ, ਤੇ ਉਹਨਾਂ ਨੂੰ ਪਤਾ ਨਾ ਜਿਹਦੇ ਤਨ ਨੂੰ ਲੱਗਾ। ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਮੰਜੇ ਤੇ ਪਿਆ ਹਾਏ ਹਾਏ ਕਰਦੇ ਸੀ, ਤੇ ਘਰ ਦੇ ਜੀਅ ਔਖੇ ਸੀ ਕਿ ਨਾ ਤੁਸੀਂ ਆਪ ਸੌਂਦੇ ਹੋ, ਨਾ ਸਾਨੂੰ ਸੌਣ ਦਿੰਦੇ ਹੋ। ਘਰੋਂ ਵੀ ਪਰੇਸ਼ਾਨ ਸੀ। ਕਹਿੰਦੇ ਚਲੋ ਔਖੇ ਸੌਖੇ ਹੋ ਕੇ ਕਾਲਜ ਆ ਜਾਂਦੇ ਸੀ ਡਿਊਟੀ ਨਿਭਾਉਣ ਲਈ। ਕਿੰਨੇ ਲੰਬੇਰੇ ਸਮੇਂ ਤੱਕ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਰਹੇ। ਅੰਦਰੋਂ ਮਨ ਵਿੱਚ ਚਾਉ ਤੇ ਬਹੁਤ ਸੀ ਕਿ ਮੈਂ ਵੀ ਇਹਨਾਂ ਵਿਦਿਆਰਥੀਆਂ ਦੇ ਵਿੱਚ ਬੈਠ ਕੇ ਕੀਰਤਨ ਨਾਲ ਜੁੜਾਂ, ਪਰ ਗੋਡੇ ਨਹੀਂ ਸੀ ਸਾਥ ਦਿੰਦੇ। ਜਦੋਂ ਕਾਫੀ ਸਮਾਂ ਇਸੇ ਤਰ੍ਹਾਂ ਲੰਘ ਗਿਆ ਨਾ, ਇੱਕ ਦਿਨ ਇੰਨੇ ਪਿਆਰ ਨਾਲ ਵਿਦਿਆਰਥੀ ਵੀ ਕਹਿੰਦੇ ਬਾਣੀ ਨਾਲ ਜੁੜੇ ਹੋਏ, ਔਰ ਇਹ ਸੁਣ ਵੀ ਇੰਨੇ ਸੁਣਿਆ, ਦੁੱਖ ਪਾਪ ਕਾ ਨਾਸ, ਜੇ ਧਿਆਨ ਲਾ ਕੇ ਸੁਣ ਲਿਆ ਜਾਵੇ ਤਾਂ। ਕਹਿੰਦੇ ਨੇ ਇੱਕ ਦਿਨ ਐਸਾ ਆਇਆ ਕਿ ਸਭ ਅੱਖਾਂ ਮੀਟ ਕੇ ਬਾਣੀ ਸੁਣ ਰਹੇ, ਪੜ੍ਹ ਰਹੇ ਸੀ, ਤੇ ਇਹ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਵਿਦਿਆਰਥੀਆਂ ਵਿੱਚ ਚੌਂਕੜਾ ਮਾਰ ਕੇ ਬੈਠ ਗਏ। ਜਦੋਂ ਬੈਠੇ ਵਿਦਿਆਰਥੀਆਂ ਵਿੱਚ, ਵਿਦਿਆਰਥੀਆਂ ਨੇ ਅੱਖਾਂ ਖੋਲੀਆਂ ਤੇ ਦੇਖਿਆ ਵੀ ਪ੍ਰਿੰਸੀਪਲ ਸਾਹਿਬ ਦਾ ਸਾਡੇ ਕੋਲ ਬੈਠੇ ਆ, ਜਿਹੜੇ ਕਦੇ ਥੱਲੇ ਬੈਠ ਹੀ ਨਹੀਂ ਸੀ ਸਕਦੇ। ਕਹਿਣ ਲੱਗੇ ਅੱਜ ਤੁਸੀਂ ਇੱਥੇ ਕਿਵੇਂ ਆ ਗਏ? ਤੁਸੀਂ ਤੇ ਰੋਜ਼ ਥੜੇ ਤੇ ਬੈਠ ਕੇ ਸੁਣਦੇ ਸੀ, ਅੱਜ ਇੱਥੇ? ਕਹਿੰਦੇ ਪਤਾ ਮੈਨੂੰ ਵੀ ਕੋਈ ਨਹੀਂ ਲੱਗਾ। ਗੁਰਬਾਣੀ ਸੁਣਦੇ ਸੁਣਦੇ ਕਿਹੜੇ ਵੇਲੇ ਮੈਂ ਉੱਥੋਂ ਇੱਥੇ ਉੱਠ ਕੇ ਆ ਕੇ ਬੈਠ ਗਿਆ। ਤੇਰੇ ਗੋਡੇ ਵੀ ਜਿਹੜੇ ਆ ਉਹ ਮੁੜ ਗਏ, ਚੌਂਕੜਾ ਵੀ ਲੱਗ ਗਿਆ, ਪਤਾ ਹੀ ਨਹੀਂ ਲੱਗਾ। ਕਿਉਂ? ਕਿਉਂਕਿ ਉਹ ਬਾਣੀ ਹਿਰਦੇ 'ਚ ਵਸ ਗਈ। ਉਹ ਮਨ ਨੂੰ ਤਾਂ ਅਰੋਗ ਕਰਦੀ ਹੈ, ਉਹ ਤਨ ਨੂੰ ਵੀ ਅਰੋਗ ਕਰਦੀ ਹੈ। ਕਿਤੇ ਇਸ਼ਨਾਨ ਕਰਨਾ ਆ ਜਾਏ। ਇਸ਼ਨਾਨ ਕੀ ਆ? ਕੀਰਤਨ ਨੂੰ ਜਿਹੜਾ ਸੁਣ ਰਹੇ ਹੋ ਇਹ ਇਸ਼ਨਾਨ ਹੈ, ਵਿਚਾਰ ਸੁਣ ਰਹੇ ਹੋ ਇਸ਼ਨਾਨ ਹੈ, ਜਿਹੜਾ ਹੁਕਮ ਸੁਣਨਾ ਉਹ ਵੀ ਇਸ਼ਨਾਨ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਦੇ ਨਾਲ ਨਾਲ ਤਨ ਵੀ ਅਰੋਗ ਹੈ। ਕਹਿੰਦੇ ਉਸ ਦਿਨ ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਇੰਨੇ ਖੁਸ਼ ਹੋਏ ਵੀ ਗੁਰੂ ਸਾਹਿਬ ਦੀ ਬਾਣੀ ਨੇ ਇੰਨੀ ਵੱਡੀ ਕਿਰਪਾ ਕਰ ਦਿੱਤੀ ਹੈ। ਜਦੋਂ ਘਰ ਗਏ, ਰਾਤ ਆਈ ਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜਿਵੇਂ ਅੱਜ ਅੰਮ੍ਰਿਤ ਵੇਲੇ ਕਿਰਪਾ ਵਰਤਾਈ ਆ ਨਾ, ਅੱਜ ਕਿਰਪਾ ਕਰੀ ਰਾਤ ਵੀ ਮੇਰੀ ਸੁੱਖ ਦੀ ਲੰਘ ਜਾਏ, ਰਾਤ ਵੀ ਕਿਤੇ ਮੇਰੀ ਸੁੱਖ ਦੀ ਲੰਘ ਜਾਏ। ਤੇ ਕਹਿੰਦੇ ਨੇ ਜਦੋਂ ਅਰਦਾਸ ਕੀਤੀ ਤੇ ਰਾਤ ਜਦੋਂ ਮੰਜੇ ਤੇ ਪਏ ਆ ਤੇ ਐਸੀ ਨੀਂਦ ਆ ਗਈ, ਘਰ ਦੇ ਵੀ ਸਵੇਰੇ ਉੱਠ ਕੇ ਪੁੱਛਦੇ ਆ ਤੁਹਾਨੂੰ ਹੋਇਆ ਕਿ ਅੱਜ ਰਾਤ ਤੁਸੀਂ ਕੋਈ ਹਾਏ ਹਾਏ ਨਹੀਂ ਕੀਤੀ?
क्योंकि वो गुरु की मत नूं धारण करके अपने हिरदे विचों गुरबाणी का अभ्यास किया है। हुण दवाई है, डॉक्टर कोल जाने आपां, डॉक्टर दवाई दे दिंदा भी तूं इहनूं सवेरे दुपहरे ते शाम नूं खाना है। हुण असीं वो दवाई टेबल ते लिया के रख दित्ती है, सवेरे भी देख लिया, दुपहरे भी देख लिया, शामी भी देख लिया कि बीमारी निकल जाएगी। वो बाहर पई ते नहीं निकलनी, उन्हों खाना पेगा, वो दवाई साडे अंदर जाएगी, फिर जाके वो बीमारी बाहर आएगी। दवाई ते अंदर गई नहीं, ते जे दवाई अंदर गई नहीं तो बीमारी कित्थों बाहर आ जाएगी। साडा दुख, साडा रोग, साडियां चिंतावां ये बाहर क्यों नहीं आउंदियां? क्योंकि बाणी तां अंदर जा ही नहीं रही। धुर की बाणी आई तिन सगली चिंत मिटाई। आई किथे? हिरदे विच। हुण बाणी तां हिरदे च आ ही नहीं रही, चिंता सगली कित्थों मिटनी है? बाणी पढ़ के भी बंदा कहता मैं बहुत चिंता विच हाँ, बाणी का अभ्यास करके सुन के भी कहता भी मैं बड़ी चिंता दे विच हाँ, मैं बड़े डिप्रैशन दे विच हाँ। पर जिहदे अंदर हिरदे च बाणी आ गई उहदी सारी चिंता मुक जाती है। बस इत्थे आके असीं कमज़ोर पै गए, बाणी दे अभ्यास विच कमज़ोर नहीं है। साडे नितनेम दे विच सिमरन विच कोई कमी नहीं है। कमी ये है कि बाणी हजे अंदर हिरदे विच नहीं उतर रही। जदों ये बाणी साडे हिरदे विच वसेगी तां साडे दुख रोग जिहड़े आ ये नाश होने आ। पर कदों? जदों असीं गुरु कोल आके गुरु दी मत लैके अपनी मत नूं छड्डांगे, जदों गुरु दी सिੱਖਿਆ लैके असीं ਚੱਲਾਂਗੇ। तो जिहड़ी अरदास सानू महाराज ने कहा करन वास्ते, गुरु अर्जन देव महाराज का शब्द है भैरो राग दे विच, जिहदे विच असीं अरदास करनी कि मेरे मालक जी तुसीं साडे ते अपना एक तरस करो, अपनी एक किरपा। असीं तुहाडे दर ते किरपा दे पात्र बनन वास्ते आए हां। असीं तुहाडे दर ते असीं तुहाडा तरस लैण वास्ते आए हां, क्योंकि तुहाडी किरपा नाल ही दुख मुकना है, तुहाडी किरपा नाल ही रोग मिटना है, ते तुहाडी किरपा नाल ही निथावे नूं थां मिलनी। बाहरों तां थां बड़ी मल लई मैं, ध्यान रखियो। असीं बाहरों ते बड़ियां थावां मल लईआं, बड़ियां जगहावां असीं थावां मल लईआं, पर अंदर वेखांगे ते अंदर असीं निथावे हां। बाहरों ते सानू बड़ा मान मिल रहा है, बाहरों सानू बड़ा सत्कार मिल रहा है, अंदर वेखांगे ते निमाणे आ, अंदर वेखांगे ते सानू फिटकार मिल रही है। बाहरों सत्कार, बाहरों रिस्पैक्ट बहुत है, बाहरों सत्कार मिल रहा है, पर अंदर फिटकार मिल रही है। बाहरों साडे गल विच जित दा हार पै रहा है, अंदर दी बाजी असीं हार रहे हैं। किवें हार रहे हैं? क्योंकि बाहरों भांडा सवार लिया, अंदर दा सवरिया नहीं। जियो मैले बाहरों निर्मल, बाहरों निर्मल जियो तां मैले तिनी जन्म जुए हारिया। बाहरों हार पै गया जित दा, अंदर दी बाजी हार गए। बाहर सत्कार मिल रहा है, अंदर फिटकार मिल रही है। इसका मतलब हजे अंदर कमियां ने साडे अंदर। बाहरों थां मिल रही है, जगह मिल रही है, पर अंदर हजे असी निथावे हाँ। बाहरों मान मिलता है, अंदर निमाणे हाँ। बाहरों आसरे बहुत मिल रहे हैं, पर अंदरों असी जिंद करके निआसरे हाँ, अंदरों आसरा नहीं मिल रहा। बाहरों सुखी हाँ, अंदरों असी दुखी हाँ। इस वास्ते अरदास वाहिगुरु के चरणों च करनी है। बाहरों तो शाहूकार हो गए, बाहरों तो नामना हो गया, धनाड़ हो गए, करोड़ां अरबां पति दे विच साडा नाम आउण लग पिया, अंदर कंगाल आ। देखना पैना ना, बाहरों तो नाम आ गया ये लखपति है, करोड़पति है, अरबपति है, खरबपति है, और अंदर अंदर वेख्या ते कंगाल है। बाहरों धन दा मालक है, अंदरों निर्धन है। बाहरों सुखी है, अंदरों दुखी है। इसलिए ये अरदास वाहिगुरु जी दर ते करनी है, ताकि साडा गुरु दे दर ते आया मुबारक हो जाए, सफल हो जाए। गुरु अर्जन देव महाराज जी कहते हैं, निर्धन को तुम देव हो धना,
ਵਾਹਿਗੁਰੂ ਜੀ ਜਿਹੜਾ ਮੈਂ ਧਨ ਦਾ ਮਾਲਕ ਹਾਂ ਨਾ, ਸ਼ਾਹੂਕਾਰਾਂ ਧਨਾੜ ਉਹ ਬਾਹਰ ਹੀ ਹਾਂ, ਉਹ ਸੰਸਾਰ ਦੀ ਨਜ਼ਰ ਦੇ ਵਿੱਚ ਹੀ ਹਾਂ ਮੈਂ, ਕਰੋੜਪਤੀ ਅਰਬਪਤੀ ਲੱਖਪਤੀ ਉਹ ਮੈਂ ਦੁਨੀਆ ਦੀ ਨਜ਼ਰ ਵਿੱਚ ਹੀ ਹਾਂ। ਪਰ ਜਦੋਂ ਮੈਂ ਤੁਹਾਡੇ ਦਰ ਤੇ ਆਇਆ ਤੇ ਮੈਂ ਨਿਰਧਨ ਹਾਂ, ਮੇਰੇ ਕੋਲ ਉਹ ਧਨ ਨਹੀਂ ਜਿਹੜਾ ਔੜਕ ਤੱਕ ਨਿਭਣ ਵਾਲਾ ਹੋਵੇ। ਇਹ ਤੇ ਇੱਥੇ ਹੀ ਰਹਿ ਜਾਣਾ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ, ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲਗੌਟੀ ਤੋਰ। ਇਸ ਲਈ ਮੈਂ ਨਿਰਧਨ, ਅੰਦਰੋਂ ਤਾਂ ਧਨ ਤੋਂ ਹੀ ਨਾ ਗਰੀਬੜਾ ਹਾਂ। ਬਾਹਰੋਂ ਮੈਨੂੰ ਲੋਕ ਕਹਿੰਦੇ ਬੜਾ ਅਮੀਰ ਹੋ ਗਿਆ, ਬਾਹਰ ਦੀ ਅਮੀਰੀ ਕੀ ਕਰਨੀ, ਅੰਦਰ ਤਾਂ ਗਰੀਬ ਹਾਂ। ਮੇਰੇ ਕੋਲ ਉਹ ਧਨ ਨਹੀਂ ਹੈ ਤੇ ਉਹ ਧਨ ਮਿਲਣਾ ਵੀ ਨਹੀਂ ਕਿਤੋਂ। ਬਾਹਰੋਂ ਤਾਂ ਤੁਸੀਂ ਮਿਹਨਤ ਕਰ ਲਓ, ਦੁਕਾਨਦਾਰੀ ਕਰ ਲਓ, ਵਪਾਰ ਕਰ ਲਓ, ਇੱਥੋਂ ਤੱਕ ਹੇਰਾ ਫੇਰੀ ਵੀ ਕਰ ਲਓ, ਤਾਂ ਵੀ ਉਹ ਧਨ ਬਹੁਤ ਇਕੱਠਾ ਕਰ ਲਾਂਗੇ। ਪਰ ਜਿਹੜਾ ਨਾਮ ਧਨ ਹੈ ਨਾ, ਇਹ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਮਿਲਣਾ। ਇਹ ਸ੍ਰੇਸ਼ਟ ਉੱਤਮ ਧਨ ਇਹ ਗੁਰੂ ਦੀ ਮੱਤ ਦੇ ਨਾਲ ਮਿਲਣਾ ਹੈ। ਇਸੇ ਲਈ ਵਿਚਾਰ ਆਰੰਭ ਕੀਤੀ ਅਸੀਂ ਕਿ ਗੁਰੂ ਦੀ ਮੱਤ ਲੈ ਕੇ ਜਾ ਰਹੇ ਹਾਂ, ਕਿ ਮੱਤ ਰੱਖ ਕੇ ਫਿਰ ਮੱਤ ਚੁੱਕ ਕੇ ਹੀ ਲੈ ਜਾ ਰਹੇ ਹਾਂ। ਜੇ ਤਾਂ ਅਸੀਂ ਆਪਣੀ ਮੱਤ ਰੱਖ ਕੇ ਗੁਰੂ ਦੀ ਮੱਤ ਲੈ ਕੇ ਜਾ ਰਹੇ ਹਾਂ, ਫਿਰ ਤੇ ਅਸੀਂ ਉੱਤਮ ਧਨ ਦੇ ਮਾਲਕ ਬਣਾਂਗੇ, ਨਹੀਂ ਤੇ ਫਿਰ ਨਿਰਧਨ ਹਾਂ, ਅੰਦਰੋਂ ਗਰੀਬ ਹਾਂ, ਖਾਲੀ ਹਾਂ। ਸਾਚਾ ਧਨ ਗੁਰਮਤੀ ਪਾਏ, ਸੱਚਾ ਧਨ ਗੁਰੂ ਦੀ ਮੱਤ ਨਾਲ ਮਿਲਣਾ ਹੈ। ਝੂਠਾ ਧਨ ਤੇ ਅਸੀਂ ਜਿੱਦਾਂ ਮਰਜ਼ੀ, ਕੱਚਾ ਧਨ ਤੇ ਜਿੱਦਾਂ ਮਰਜ਼ੀ ਅਸੀਂ ਇਕੱਠਾ ਕਰ ਲਾਂਗੇ, ਸਹੀ ਤਰੀਕੇ ਨਾਲ ਨਹੀਂ ਤਾਂ ਗਲਤ ਤਰੀਕੇ ਨਾਲ, ਪਰ ਸੱਚਾ ਧਨ ਗੁਰੂ ਦੀ ਮੱਤ ਨਾਲ ਮਿਲਣਾ। ਇਸ ਲਈ ਅਰਦਾਸ ਕਰੋ, ਨਿਰਧਨ ਕਉ ਤੁਮ ਦੇਵਹੁ ਧਨਾ। ਇਹ ਵਾਹਿਗੁਰੂ ਜਿਹੜਾ ਤੁਹਾਡੇ ਦਰ ਤੇ ਅੰਦਰੋਂ ਭਾਂਡਾ ਖਾਲੀ ਲੈ ਕੇ ਆਉਂਦਾ ਨਾ, ਧਨ ਤੋਂ ਹੀਣਾ ਹੋ ਕੇ, ਉਹਨੂੰ ਤੁਸੀਂ ਨਾਮ ਧਨ ਦੇਣ ਵਾਲੇ ਹੋ। ਜਿਹੜਾ ਔੜਕ ਤੱਕ ਨਿਭਣਾ, ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਉਸ ਨਿਰਧਨ ਜਿਹੜਾ ਤੁਹਾਡੇ ਦਰ ਤੇ ਕਹਿੰਦਾ ਵੀ ਮੈਂ ਕੰਗਾਲ ਹਾਂ। ਹੁਣ ਕੋਈ ਕਰੋੜਪਤੀ ਕਹੇਗਾ ਬਾਹਰੋਂ, ਕੋਈ ਅਰਬਪਤੀ ਨੂੰ ਕਹਿ ਕੇ ਵੇਖੋ ਵੀ ਤੂੰ ਕਹਿ ਮੈਂ ਕੰਗਾਲ ਹਾਂ, ਉਹ ਕਹੇਗਾ ਮੈਂ ਕਿਉਂ ਕਵਾਂ, ਮੈਂ ਤੇ ਅਰਬਪਤੀ ਹਾਂ, ਕਰੋੜਾਂਪਤੀ ਹਾਂ, ਮੈਨੂੰ ਕੰਗਾਲ ਕਹਿਣ ਦੀ ਕੀ ਲੋੜ ਹੈ। ਪਰ ਇੱਥੇ ਆ ਕੇ ਕਹਿਣਾ ਪੈਣਾ। ਦੁਨੀਆ ਵਿੱਚ ਅਸੀਂ ਬਹੁਤ ਵੱਡੇ ਅਹੁਦੇ ਤੇ ਹੋਵਾਂਗੇ, ਸ਼ਾਹੂਕਾਰ ਹੋਵਾਂਗੇ, ਅਸੀਂ ਆਪਣੇ ਘਰ 'ਚ ਚਾਰ ਨੌਕਰ ਰੱਖੇ ਹੋਣਗੇ, ਪਤਾ ਨਹੀਂ ਕਿੰਨਿਆਂ ਦੇ ਮੰਗਣ ਵਾਲਿਆਂ ਦੀ ਝੋਲੀ ਵਿੱਚ ਅਸੀਂ ਕਿੰਨਾ ਕੁਝ ਪਾਉਂਦੇ ਹੋਵਾਂਗੇ। ਪਰ ਇਸ ਦਰ ਤੇ ਆ ਕੇ ਅਸੀਂ ਭਿਖਾਰੀ ਬਣਨਾ ਹੈ। ਇੱਥੇ ਮਾਲਕ ਨਹੀਂ ਬਣਨਾ ਹੈ, ਇੱਥੇ ਭਿਖਾਰੀ ਬਣਨ ਆਏ ਹਾਂ। ਇੱਥੇ ਦੇਣ ਨਹੀਂ, ਅਸੀਂ ਦਾਤ ਲੈਣ ਵਾਸਤੇ ਆਏ ਹਾਂ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਭਾਵੇਂ ਕੋਈ ਅਰਬਾਂਪਤੀ ਹੋਵੇ, ਉਹਨੂੰ ਵੀ ਇੱਥੇ ਆ ਕੇ ਭਿਖਾਰੀ ਬਣਨਾ ਪੈਣਾ। ਤਾਂ ਇਹ ਧਨ ਜਿਹੜਾ ਇਹ ਸਾਨੂੰ ਉੱਤਮ ਸ੍ਰੇਸ਼ਟ ਧਨ ਦੀ ਪ੍ਰਾਪਤੀ ਹੋਣੀ ਹੈ। ਤੋ ਗੁਰੂ ਸਾਹਿਬ ਕਹਿੰਦੇ ਨਿਰਧਨ ਕੋ ਤੁਮ ਦੇਵੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ। ਉਸ ਧਨ ਨਾਲ ਅੰਦਰ ਦੇ ਪਾਪ ਦੀ ਮਲ ਜਿਹੜੀ ਆ ਉਹ ਮਨ ਤੋਂ ਚਲੀ ਜਾਂਦੀ। ਬਾਹਰ ਦਾ ਧਨ ਤੇ ਮਨ ਵਿੱਚ ਮਲੀਨਤਾ ਪੈਦਾ ਕਰਦਾ ਹੈ, ਮਨ ਮੈਲਾ ਕਰ ਦਿੰਦਾ ਹੈ। ਪਰ ਇਹ ਉਹ ਧਨ ਹੈ ਜਦੋਂ ਇਹ ਗੁਰੂ ਦੀ ਮੱਤ ਨਾਲ ਮਿਲੇਗਾ ਤਾਂ ਅੰਦਰ ਜਿਹੜੇ ਆ ਪਾਪ ਦੀ ਮਲ ਹੈ ਉਹ ਮਨ ਤੋਂ ਉਤਰ ਜਾਂਦੀ ਹੈ ਤੇ ਮਨ ਨਿਰਮਲ, ਮਲ ਤੋਂ ਰਹਿਤ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਆਖ ਰਹੇ ਨੇ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕਉ ਦੇਵਹੁ ਨਾਮ। ਇਹ ਵਾਹਿਗੁਰੂ ਜੀ ਜਿਹੜਾ ਤੁਹਾਡਾ ਇਹ ਨਾਮ ਹੈ ਨਾ, ਜਿਹਦੇ ਹਿਰਦੇ ਵਿੱਚ ਵਸ ਜਾਂਦਾ ਹੈ, ਉਹਦੇ ਮਨ ਦੇ ਮਨੋਰਥ ਪੂਰੇ ਹੋ ਜਾਂਦੇ ਆ। ਉਹਦੇ ਮਨ ਵਿੱਚ ਸਬਰ ਸੰਤੋਖ ਜਿਹੜਾ ਉਹ ਬਣ ਜਾਂਦਾ ਹੈ। ਜਿਹੜੇ ਤੇਰੇ ਭਗਤ ਨੇ, ਤੇਰੇ ਪਿਆਰੇ ਨੇ, ਤੂੰ ਉਹਨਾਂ ਨੂੰ ਆਪਣੇ ਨਾਮ ਦਾ ਖਜ਼ਾਨਾ ਬਖਸ਼ਣ ਵਾਲਾ ਹੈ, ਆਪਣੇ ਨਾਮ ਦੀ ਦਾਤ ਜਿਹੜੀ ਹੈ ਉਹ ਤੂੰ ਦੇਣ ਵਾਲਾ ਹੈ। ਸਫਲ ਸੇਵਾ ਗੋਪਾਲ ਰਾਏ। ਗੋਪਾਲ ਜਿਹੜਾ ਸਾਰੀ ਧਰਤੀ ਦੇ ਜੀਆਂ ਦੀ ਪਾਲਣਾ ਕਰਨ ਵਾਲਾ ਹੈ। ਜਦੋਂ ਭੁਲੇਖਾ ਪੈ ਗਿਆ ਵੀ ਮੇਰੀ ਪਾਲਣਾ ਤੇ ਫਲਾਣੇ ਦੇ ਕਰਕੇ ਹੈ, ਫਲਾਣੇ, ਫਿਰ ਅਸੀਂ ਉਹਦੀ ਸੇਵਾ ਵਿੱਚ ਲੱਗਾਂਗੇ। ਪਰ ਜਦੋਂ ਪਤਾ ਲੱਗੇਗਾ ਵੀ ਸਾਰਿਆਂ ਦੀ ਪਾਲਣਾ ਕਰਨ ਵਾਲਾ
ਇੱਕੋ ਹੀ ਹੈ ਗੋਪਾਲ, ਫਿਰ ਅਸੀਂ ਉਹਦੀ ਸੇਵਾ ਵਿੱਚ ਜੁੜਾਂਗੇ, ਫਰਕ ਪੈ ਜਾਣਾ। ਸਫਲ ਸੇਵਾ ਗੋਪਾਲ ਰਾਏ, ਜੋ ਪਰਮੇਸ਼ਵਰ ਅਕਾਲ ਪੁਰਖ ਰਜਾਨ ਰਾਜ ਹੈ, ਜੋ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ, ਉਹਦੇ ਜਿਹੜੀ ਹੈ ਨਾਮ ਦੇ ਨਾਲ ਜੁੜਿਆ, ਉਹਦੇ ਨਾਮ ਦਾ ਸਿਮਰਨ ਕੀਤਿਆਂ ਸਾਨੂੰ ਸਫਲਤਾ ਕਾਮਯਾਬੀ ਮਿਲਣੀ ਹੈ। ਕਰਨ ਕਰਾਵਨ ਹਾਰ ਸੁਆਮੀ, ਤਾਂ ਤੇ ਬਿਰਥਾ ਕੋਈ ਨਾ ਜਾਏ। ਉਹ ਐਸਾ ਰਜਾਨ ਰਾਜ ਹੈ, ਉਹਦੇ ਦਰ ਤੋਂ ਕੋਈ ਬਿਰਥਾ ਨਹੀਂ ਜਾਂਦਾ, ਬੇਅਰਥ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ। ਪਰ ਆਉਣਾ ਭਾਵਨਾ ਨਾਲ ਆਉਣਾ, ਭਰੋਸੇ ਦੇ ਨਾਲ ਪੈਣਾ। ਤੋ ਜਿਹੜੀ ਗੱਲ ਕਰਨ ਲੱਗਾ ਸੀ ਵੀ ਇਸ ਸ਼ਬਦ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਤਨ ਦੇ ਰੋਗ ਦਾ ਤੇ ਪਤਾ ਲੱਗ ਗਿਆ, ਕਈ ਡਾਕਟਰ ਮਿਲ ਜਾਣਗੇ, ਕਈ ਹਸਪੀਟਲ ਮਿਲ ਜਾਣਗੇ, ਕਈ ਤਰ੍ਹਾਂ ਦੀਆਂ ਮੈਡੀਸਨ ਦਵਾਈਆਂ ਮਿਲ ਜਾਣਗੀਆਂ, ਪਰ ਜਿਹੜਾ ਰੋਗ ਮੈਨੂੰ ਲੱਗਾ ਨਾ ਉਹ ਤੁਸੀਂ ਹੀ ਦੂਰ ਕਰ ਸਕਦੇ ਹੋ, ਉਹ ਤੁਸੀਂ ਹੀ ਦੂਰ ਕਰ ਸਕਦੇ ਹੋ। ਜਿਹੜਾ ਦੁੱਖ ਮੈਨੂੰ ਲੱਗਾ ਉਹ ਤੁਸੀਂ ਹੀ ਦੂਰ ਕਰ ਸਕਦੇ ਹੋ। ਇਸ ਲਈ ਮੇਰੀ ਅਰਦਾਸ ਹੈ, ਰੋਗੀ ਕਾ ਪ੍ਰਭ ਖੰਡੋ ਰੋਗ। ਜੇ ਤਨ ਕਰਕੇ ਮੰਨਦੇ ਆ ਨਾ ਮੈਂ ਰੋਗੀ ਹਾਂ, ਤਾਂ ਮਨ ਕਰਕੇ ਵੀ ਮੰਨਣਾ ਪੈਣਾ ਮੈਂ ਰੋਗੀ ਹਾਂ। ਜਿਸ ਦਿਨ ਮੰਨ ਲਾਂਗੇ ਉਸ ਦਿਨ ਅਰਦਾਸ ਕਰ ਲਾਂਗੇ, ਜਿਸ ਦਿਨ ਨਹੀਂ ਮੰਨਾਂਗੇ ਉਸ ਦਿਨ ਨਹੀਂ ਕਰਾਂਗੇ। ਦਵਾਈ ਵੀ ਉਦੋਂ ਹੀ ਖਾਂਦੇ ਆ ਜਦੋਂ ਬਿਮਾਰੀ ਦਾ ਪਤਾ ਲੱਗਦਾ। ਜੇ ਨਹੀਂ ਪਤਾ ਲੱਗੇ ਤੇ ਬੰਦਾ ਕਹਿੰਦਾ ਮੈਂ ਕਿਉਂ ਖਾਵਾਂ ਦਵਾਈ, ਮੈਨੂੰ ਕੀ ਲੋੜ ਹੈ। ਸੰਗਤ ਵੀ ਉਦੋਂ ਹੋਏਗੀ, ਬਾਣੀ ਦਾ ਅਭਿਆਸ ਵੀ ਉਦੋਂ ਹੀ ਹੋਏਗਾ, ਨਿਤਨੇਮ ਵੀ ਉਦੋਂ ਹੀ ਹੋਏਗਾ ਜਦੋਂ ਪਤਾ ਲੱਗੇਗਾ ਮੈਂ ਰੋਗੀ ਹਾਂ। ਅਸੀਂ ਜੇ ਸਾਨੂੰ ਪਤਾ ਹੈ ਵੀ ਮੈਂ ਚੰਗਾ ਭਲਾ, ਤੇ ਮੈਂ ਥੋੜੀ ਕਹੂੰਗਾ ਡਾਕਟਰ ਨੂੰ ਵੀ ਮੈਨੂੰ ਮੇਰਾ ਆਪਰੇਸ਼ਨ ਕਰ ਦਿਓ। ਜੇ ਮੈਨੂੰ ਪਤਾ ਵੀ ਭਿਆਨਕ ਬਿਮਾਰੀ ਹੈ, ਆਪਰੇਸ਼ਨ ਕਰਨਾ ਪੈਣਾ, ਤਾਂ ਹੀ ਕਰਾਵਾਂਗਾ। ਪਹਿਲੇ ਤੇ ਸਾਨੂੰ ਸੰਗਤ ਕਰਕੇ ਗੁਰੂ ਚਰਨਾਂ 'ਚ ਜੁੜ ਕੇ ਇਹ ਪਹਿਲਾਂ ਸਮਝਣਾ ਪੈਣਾ ਵੀ ਮੈਂ ਰੋਗੀ ਹਾਂ, ਫਿਰ ਅਰਦਾਸ ਹੋਏਗੀ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਇੰਨਾ ਵੱਡਾ ਦੁੱਖ ਹੈ ਕਿ ਉਹ ਸੋਗ ਬਣ ਗਿਆ। ਮੈਂ ਇਸ ਗਮ ਵਿੱਚੋਂ ਦੀ, ਇਸ ਸੋਗ ਵਿੱਚੋਂ ਦੀ ਨਿਕਲਣਾ ਚਾਹੁੰਦਾ, ਪਰ ਜਿਹੜਾ ਦੁੱਖ ਮੈਨੂੰ ਲੱਗਾ ਉਹ ਤੁਸੀਂ ਹੀ ਮਿਟਾ ਸਕਦੇ ਹੋ। ਇਸ ਲਈ ਅਰਦਾਸ ਵੀ ਤੁਹਾਡੇ ਅੱਗੇ ਹੈ। ਹੁਣ ਐਸਾ ਤੇ ਨਹੀਂ ਹੁੰਦਾ ਇਹ ਅੱਖਾਂ ਵਾਲੇ ਡਾਕਟਰ ਕੋਲ ਜਾ ਕੇ ਤੇ ਮੈਂ ਕਹਾਂ ਵੀ ਮੇਰੇ ਕੰਨਾਂ ਦਾ ਆਪਰੇਸ਼ਨ ਜਿਹੜਾ ਉਹ ਕਰ ਦਿਓ, ਉਹ ਕਹੇਗਾ ਵੀ ਮੈਂ ਤੇ ਅੱਖਾਂ ਦਾ ਇਲਾਜ ਕਰ ਸਕਦਾ, ਕੰਨਾਂ ਦਾ ਨਹੀਂ। ਜਿਹੜੇ ਰੋਗ ਦੁੱਖ ਸਾਨੂੰ ਲੱਗੇ ਆ ਉਹ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਮਿਟਣੇ ਆ। ਅਸੀਂ ਹੋਰ ਥਾਵਾਂ ਤੇ ਜਿੰਨਾ ਮਰਜ਼ੀ ਭਟਕ ਲਈਏ, ਪਰ ਦੁੱਖ ਰੋਗ ਤਾਂ ਜਿਹੜਾ ਉਹ ਵਾਹਿਗੁਰੂ ਦੇ ਚਰਨਾਂ 'ਚ ਆ ਕੇ ਹੀ ਮਿਟਣਾ। ਅਰਦਾਸ ਕਰੋ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇਂ ਕੋ ਤੁਮ ਥਾਨ ਬਿਠਾਵੋ। ਜਿਵੇਂ ਪਹਿਲਾਂ ਹੀ ਆਖਿਆ ਵੀ ਬਾਹਰੋਂ ਤੇ ਥਾਵਾਂ ਬੜੀਆਂ ਮੰਨ ਲਈਆਂ, ਅੰਦਰ ਤੇ ਜਿੰਦ ਨਿਮਾਣੀ ਜਿੰਦ ਨਿਥਾਵੀ ਹੈ, ਉਹਨੂੰ ਤੇ ਥਾਂ ਮਿਲੀ ਨਹੀਂ। ਬਾਹਰੋਂ ਤੇ ਅਸੀਂ ਬੜੀਆਂ ਥਾਵਾਂ ਮੰਨ ਲਈਆਂ ਹੋਣਗੀਆਂ, ਪਰ ਅੰਦਰ ਨਿਥਾਵੇਂ ਆ। ਨਿਥਾਵੇਂ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕਉ ਭਗਤੀ ਲਾਵੋ। ਕਉ ਨੂੰ ਆਪਣੇ ਪਿਆਰੇ ਨੂੰ ਆਪਣੀ ਭਗਤੀ ਵਿੱਚ ਲਾ ਦਿਓ, ਆਪਣੇ ਦਾਸਰੇ ਨੂੰ ਆਪਣੀ ਭਗਤੀ ਦੇ ਰੰਗ ਦੇ ਵਿੱਚ ਰੰਗ ਦਿਓ। ਮੇਰੇ ਆਉਣ ਦਾ ਮਕਸਦ ਹੀ ਇਹ ਹੈ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦਾਸ ਆਪਣੇ ਕੋ ਭਗਤੀ ਲਾਵੋ, ਨਿਮਾਣੇ ਕੋ ਪ੍ਰਭ ਦੇਤੋ ਮਾਨ। ਮੈਨੂੰ ਯਕੀਨ ਹੈ ਕਿ ਜਿਹੜਾ ਨਿਮਾਣਾ ਹੋ ਕੇ ਤੁਹਾਡੇ ਦਰ ਤੇ ਆਉਂਦਾ ਉਹਨੂੰ ਤੁਸੀਂ ਮਾਣ ਦਿੰਦੇ ਹੋ। ਫਿਰ ਰਿਪੀਟ ਕਰਦੇ ਆ, ਬਾਹਰੋਂ ਮਾਣ ਮਿਲ ਰਿਹਾ ਪਰ ਅੰਦਰ ਨਿਮਾਣੇ ਆ। ਜਿਹੜਾ ਅੰਦਰੋਂ ਨਿਮਾਣੇ ਨੂੰ ਮਾਣ ਮਿਲਣਾ ਉਹ ਵਾਹਿਗੁਰੂ ਦੇ ਦਰ ਤੋਂ ਹੀ ਮਿਲਣਾ। ਬਾਹਰੋਂ ਤਾਂ ਤੁਹਾਨੂੰ ਜੇ ਧਨ ਤੁਹਾਡੇ ਕੋਲ 4 ਪੈਸੇ ਜ਼ਿਆਦਾ ਆ ਗਏ ਤੇ ਲੋਕ ਆਪੇ ਹੀ ਮਾਣ ਦੇਣ ਲੱਗ ਜਾਣਗੇ। ਤੁਹਾਡਾ ਅਹੁਦਾ ਉੱਚਾ ਹੋ ਗਿਆ, ਲੋਕੀ ਆਪੇ ਤੁਹਾਨੂੰ ਮਾਣ ਦੇਣ ਲੱਗ ਜਾਣਗੇ, ਪਰ ਅੰਦਰ ਨਿਮਾਣੀ ਜਿੰਦ ਨੂੰ ਮਾਣ ਕੌਣ ਦੇਗਾ? ਉਹਦੇ ਲਈ ਸਾਨੂੰ ਆਉਣਾ ਪੈਣਾ ਵਾਹਿਗੁਰੂ ਦੇ ਦਰ ਤੇ। ਨਿਮਾਣੇ ਕੋ ਪ੍ਰਭ ਦੇਤੋ ਮਾਨ, ਮੂੜ ਮੁਗਧ ਹੋਏ ਚਤੁਰ ਸੋ ਗਿਆਨ। ਜਿਹੜੇ ਮੂਰਖ ਮੁਗਧ ਹੋ ਕੇ ਆਉਂਦੇ ਨੇ, ਕਹਿੰਦੇ ਅਸੀਂ ਮੂਰਖ ਹਾਂ, ਮੈਂ ਮੂਰਖ ਕੀ ਕੇਤਕ ਬਾਤ ਹੈ,
ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜੇ ਅਸੀਂ ਸਿਆਣੇ ਬਣ ਕੇ ਆਵਾਂਗੇ ਤੇ ਫਿਰ ਸਿਆਣੇ ਬਣਨ ਦੀ ਲੋੜ ਹੀ ਨਹੀਂ, ਅਸੀਂ ਪਹਿਲਾਂ ਹੀ ਸਿਆਣੇ ਆ। ਮੂਰਖ ਬਣ ਕੇ ਆਵਾਂਗੇ ਤੇ ਉਹ ਸਿਆਣਾ ਕਰੇਗਾ। ਹਮ ਬਾਰਕ ਕਛੂ ਨ ਜਾਣੈ ਗਤ ਮਿਤ, ਤੇਰੇ ਮੂਰਖ ਮੁਗਧ ਇਆਨਾ, ਹਰ ਕਿਰਪਾ ਧਾਰ ਦੀਜੈ ਮਤ ਉਤਮ, ਕਰ ਲੀਜੈ ਮੁਗਧ ਸਿਆਣਾ। ਅਸੀਂ ਤੇ ਮੂਰਖ ਸਿਆਣੇ ਹੋਣ ਆਏ ਆ ਇੱਥੇ। ਜਿਹੜਾ ਸਿਆਣਾ ਸੀ ਨਾ, ਸਿਆਣਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹਨੂੰ ਮੂਰਖ ਕਰ ਦਿੱਤਾ, ਤੇ ਜਿਹੜਾ ਪੰਡਤ ਦੀ ਨਜ਼ਰ 'ਚ ਮੂਰਖ ਸੀ ਉਹਨੂੰ ਮਾਰੇ ਨੇ ਸਿਆਣਾ ਕਰ ਦਿੱਤਾ, ਪੰਜੋਖਰਾ ਸਾਹਿਬ। ਇਸ ਲਈ ਇੱਥੇ ਆ ਕੇ ਇਹ ਬੇਨਤੀ ਕਰਨੀ ਪੈਣੀ ਆ, ਮੂੜ ਮੁਗਧ ਹੋਏ, ਮੈਂ ਤਾਂ ਮਹਾਮੂਰਖ ਹਾਂ, ਚਤੁਰ ਸੁਗਿਆਨ, ਤੁਸੀਂ ਆਪਣਾ ਚੰਗਾ ਗਿਆਨ ਦੇ ਕੇ ਮੈਨੂੰ ਸਿਆਣਾ ਬਣਾ ਦਿਓ। ਸਗਲ ਭਿਆਨ ਕਾ ਭਉ ਨਸੈ, ਆ ਜਿਹੜੇ ਡਰਾਉਣ ਵਾਲੇ ਨਾ, ਜਿਹੜੇ ਡਰਾਉਂਦੇ ਆ, ਇਹਦਾ ਡਰ ਹੀ ਮੇਰੇ ਅੰਦਰ ਜਿਹੜਾ ਮੈਨੂੰ ਹਰ ਵੇਲੇ ਕਮਜ਼ੋਰ ਕਰਦਾ। ਅਸਲ 'ਚ ਕਰਮ ਕਾਂਡ ਕਿਉਂ ਹੁੰਦੇ ਆ? ਕਰਮ ਕਾਂਡ ਦਾ ਕਾਰਨ ਕੀ ਹੈ? ਸਾਡੇ ਮਨ ਦਾ ਡਰ। ਜੇ ਮਨ 'ਚ ਡਰ ਨਾ ਹੋਵੇ ਤੇ ਕਦੇ ਕੋਈ ਕਰਮ ਕਾਂਡ ਨਹੀਂ ਕਰੇਗਾ। ਇਹ ਮਨ ਦਾ ਡਰ ਹੀ ਸਾਡੇ ਕੋਲੋਂ ਕਰਮ ਕਾਂਡ ਕਰਵਾ ਰਿਹਾ ਹੈ। ਜਿੱਦਾਂ ਕੋਈ ਕਵੇ ਕਰ ਦਿਓ, ਜਿੱਦਾਂ ਕੋਈ ਕਹੇ ਕਰ ਦਿਓ, ਮਨ ਦਾ ਡਰ ਹੈ। ਇਸ ਲਈ ਜਿਹੜਾ ਮੇਰੇ ਅੰਦਰ ਇਹ ਮੈਨੂੰ ਡਰਾਉਣ ਵਾਲਾ ਡਰ ਹੈ ਨਾ, ਜਿਹੜਾ ਮੈਨੂੰ ਡਰਾਉਂਦਾ ਹੈ ਹਰ ਵੇਲੇ, ਸੋਮਵਾਰ ਆ ਨਾ ਹੋ ਜਾਏ, ਮੰਗਲਵਾਰ ਆ ਨਾ ਹੋ ਜਾਏ, ਬੁੱਧਵਾਰ ਆ ਨਾ ਹੋ ਜਾਏ, ਜਾਂ ਕਰਮ ਨਾ ਕੀਤਾ ਆ ਨਾ ਹੋ ਜਾਏ, ਉਸ ਡਰ ਦਾ ਨਾਸ਼ ਵੀ ਤੁਸੀਂ ਉਹੀ ਕਰ ਸਕਦੇ ਹੋ। ਇਸ ਲਈ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਜਨ ਆਪਣੇ ਕਹਿ ਹਰ ਮਨ ਵਸੈ, ਤੁਸੀਂ ਆਪਣੇ ਜਨ ਦੇ, ਆਪਣੇ ਪਿਆਰੇ ਦੇ, ਦਾਸਰੇ ਦੇ ਮਨ ਵਿੱਚ ਵਸਣ ਵਾਲੇ ਹੋ। ਇਸ ਲਈ ਕਿਰਪਾ ਕਰੋ ਮੇਰੇ ਮਨ ਦਾ ਵੀ ਡਰ ਨਾਸ਼ ਹੋ ਜਾਏ, ਇੱਥੋਂ ਤੱਕ ਕਿ ਮੌਤ ਦਾ ਭੈ ਵੀ ਨਿਕਲ ਜਾਏ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜੇ ਸਾਰੇ ਡਰ ਮੁਕਾਉਣੇ ਆ ਨਾ, ਸਾਰੇ ਡਰ, ਫਿਰ ਇੱਥੇ ਆ ਕੇ ਇੱਕ ਵਾਰੀ ਸਾਨੂੰ ਆਪਣਾ ਆਪਾ ਮਾਰਨਾ ਪੈਣਾ। ਖੈਰ ਗੁਰੂ ਸਾਹਿਬ ਕਹਿ ਰਹੇ ਨੇ, ਪਾਰ ਬ੍ਰਹਮ ਪ੍ਰਭ ਸੁਖ ਨਿਧਾਨ, ਹੇ ਪਾਰ ਬ੍ਰਹਮ ਪਰਮੇਸ਼ਵਰ, ਤੁਸੀਂ ਸੁੱਖਾਂ ਦਾ ਨਿਧਾਨ, ਨਿਧਾਨ ਕਹਿੰਦੇ ਖਜ਼ਾਨਾ, ਤੁਹਾਡੇ ਕੋਲ ਸਰਬ ਸੁੱਖ ਨੇ, ਸੁੱਖਾਂ ਦਾ ਖਜ਼ਾਨਾ ਹੈ। ਤਤ ਗਿਆਨ ਹਰ ਅੰਮ੍ਰਿਤ ਨਾਮ, ਤੁਹਾਡੇ ਕੋਲ ਤਤ ਗਿਆਨ ਹੈ। ਦੁਨੀਆ ਵਿੱਚ ਗਿਆਨ ਵੰਡਣ ਵਾਲੇ ਬਹੁਤ ਨੇ, ਪਰ ਤਤ ਗਿਆਨ ਨਹੀਂ ਹੈ ਉਹਨਾਂ ਕੋਲ। ਇਸ ਲਈ ਤੁਹਾਡੇ ਕੋਲ ਤਤ ਗਿਆਨ ਹੈ। ਤਤ ਦਾ ਆਤਮਿਕ ਜੀਵਨ ਦੀ ਸੂਝ ਦੇਣ ਵਾਲਾ ਗਿਆਨ, ਅਧਿਆਤਮਿਕ ਜੀਵਨ ਦੀ ਸੂਝ ਦੇਣ ਵਾਲਾ ਗਿਆਨ ਹੈ। ਉਹ ਅੰਮ੍ਰਿਤ ਨਾਮ ਮੈਨੂੰ ਬਖਸ਼ ਦਿਓ, ਜਿਹਦੇ ਨਾਲ ਮੈਨੂੰ ਜੀਵਨ ਜਿਉਣ ਦੀ ਜਾਚ ਆ ਜਾਏ। ਕਰ ਕਿਰਪਾ ਸੰਤ ਟਹਿਲੇ ਲਾਏ, ਸੇਵਾ ਦੇ ਵਿੱਚ ਕਹਿੰਦੇ ਜਿਹੜੇ ਤੁਸੀਂ ਸੰਤ ਜਨ, ਗੁਰਮੁਖ ਜਨ ਪਿਆਰਿਆਂ ਦੀ ਸੇਵਾ ਦੇ ਵਿੱਚ ਕਿਰਪਾ ਕਰਕੇ ਜਿਹਨੂੰ ਲਾ ਦਿੰਦੇ ਹੋ, ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਧੂ ਸੰਗ ਸਮਾਏ। ਸਾਧੂ ਦਾ ਅਰਥ ਹੈ ਗੁਰੂ ਹੈ, ਸੰਗ ਦਾ ਅਰਥ ਸੰਗਤ ਹੈ। ਉਹ ਗੁਰੂ ਸੰਗਤ ਵਿੱਚ ਸਮਾ ਜਾਂਦੇ ਨੇ, ਉਹ ਗੁਰੂ ਸੰਗਤ ਵਿੱਚ ਆ ਕੇ ਲੀਨ ਹੋ ਜਾਂਦੇ ਆ। ਤੇ ਜਿੱਥੋਂ ਵਿਚਾਰ ਸ਼ੁਰੂ ਕੀਤੀ ਸੀ ਕਿ ਸਤਿਗੁਰੂ ਦੀ ਮੱਤ ਲੈਣ ਵਾਸਤੇ ਆਏ ਆ, ਜਿਹੜੇ ਸਤਿਗੁਰੂ ਅੱਗੇ ਸਿਰ ਨਵਾ ਕੇ ਮੱਤ ਰੱਖ ਗੁਰੂ ਦੀ ਮੱਤ ਨੂੰ ਲੈ ਕੇ ਜਾਂਦੇ ਆ, ਉਹ ਕਦੇ ਮਨਮੱਤ ਨਹੀਂ ਕਰਦੇ, ਉਹ ਕਦੇ ਵੀ ਮਾੜੇ ਰਾਹ ਨਹੀਂ ਚੱਲਦੇ, ਉਹ ਕਦੇ ਆਪਣੇ ਰਾਹ ਤੋਂ ਨਹੀਂ ਖੁੰਝਦੇ, ਕਿਉਂਕਿ ਪਹਿਲਾਂ ਹੀ ਖੁੰਝਿਆ ਹੋਇਆਂ ਨੂੰ ਗੁਰੂ ਨੇ ਸਿੱਧੇ ਮਾਰਗ ਤੇ ਪਾਇਆ। ਉਹ ਤਾਂ ਸਗੋਂ ਮਾਣ ਨਾਲ ਕਹਿੰਦੇ ਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਐਸਾ ਸਮਰੱਥ ਗੁਰੂ ਮਿਲਿਆ ਹੈ, ਜਿਸ ਗੁਰੂ ਦੀ ਮੱਤ ਲੈ ਕੇ ਅਸੀਂ ਹੁਣ ਆਪਣੇ ਅਸਲ ਰਾਹ ਤੋਂ ਖੁੰਝਦੇ ਨਹੀਂ ਹਾਂ, ਅਸੀਂ ਉਸ ਰਾਹ ਤੇ ਤੁਰਦੇ ਹਾਂ ਜਿਸ ਰਾਹ ਤੇ ਤੁਰਿਆ ਗੁਰਮੁਖ ਜਨਮ ਸਵਾਰ। ਦਰਗਹ ਚੱਲਿਆ ਸੱਚੀ ਦਰਗਹ ਜਾਏ, ਸੱਚਾ ਪਿੰਡ ਮੱਲਿਆ। ਬਾਹਰੋਂ ਜਿੱਤ ਦੀ ਖੁਸ਼ੀ ਮਨਾਉਂਦੇ ਨਾ ਰਹਿ ਜਾਈਏ, ਅੰਦਰੋਂ ਵੀ ਅੱਗੇ ਜਿੱਤ, ਜੀਵਨ ਨੂੰ ਜਿੱਤਣਾ ਚਾਹੁੰਦੇ ਹਾਂ, ਜੀਵਨ ਦੀ ਬਾਜੀ ਜਿੱਤ ਕੇ ਜਾਣਾ ਚਾਹੁੰਦੇ ਹਾਂ, ਤੇ ਫਿਰ ਗੁਰੂ ਦਰ ਤੇ ਆ ਕੇ ਗੁਰੂ ਦੀ ਮੱਤ ਲਿਆ ਕਰੀਏ। ਗੁਰੂ ਦੀ ਮੱਤ ਅਨੁਸਾਰ, ਉਪਦੇਸ਼ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਢਾਲ ਲਈਏ।